ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ। ਤੇ ਤੁਹਾਡੇ ਵਾਸਤੇ ਲੈ ਕੇ ਆਏ ਭਾਈ ਸਾਹਿਬ ਪੰਜਾਬ ਜੀਕੇ ਦਾ ਲੈਕਚਰ ਨੰਬਰ ਅਗਲਾ ਆਪਣਾ, ਜਿਹੜੀ ਆਪਾਂ ਜੀਕੇ ਦੇ ਲੈਕਚਰ ਲੱਗ ਰਹੇ ਨੇ ਆਪਣੇ। ਠੀਕ ਹੈ ਜੀ, ਸਾਰੇ ਕੈਂਡੀਡੇਟਾਂ ਨੇ ਸਾਰੇ ਲੈਕਚਰ ਧਿਆਨ ਨਾਲ ਲਾ ਲੈਣੇ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਸੀਂ ਛੱਡਣ ਦੀ ਕੋਸ਼ਿਸ਼ ਨਹੀਂ ਕਰਨੀ। ਤੇ ਜਲਦੀ ਤੁਹਾਡੇ ਵਾਸਤੇ ਰੀਜ਼ਨਿੰਗ ਦਾ ਲੈਕਚਰ ਲੈ ਕੇ ਆ ਰਹੇ ਹਾਂ, ਨਵਾਂ ਟੌਪਿਕ ਇੱਕ। ਤੇ ਇੱਕ ਤੁਹਾਡੇ ਸੀਰੀਜ਼ ਸ਼ੁਰੂ ਕਰ ਰਹੇ ਹਾਂ, ਸ਼ਾਇਦ ਤੁਹਾਨੂੰ ਅੱਜ ਰਾਤ ਨੂੰ ਤੁਹਾਡਾ ਲੈਕਚਰ ਪ੍ਰੋਵਾਈਡ ਕਰਵਾ ਦਈਏ। MCQ ਦਾ 500 MCQ ਦਾ ਕੋਰਸ ਹੈ ਜਿਹੜਾ, ਉਹ ਤੁਹਾਡਾ ਫ੍ਰੀ ਕੰਪਿਊਟਰ ਦਾ ਆਪਣੀ YouTube ਚੈਨਲ 'ਤੇ ਸਟਾਰਟ ਕੀਤਾ ਜਾ ਰਿਹਾ ਅੱਜ ਤੋਂ। ਠੀਕ ਹੈ ਜੀ, ਤੁਹਾਡੇ ਬੱਚੇ ਬਹੁਤ ਬੱਚਿਆਂ ਦੀ ਡਿਮਾਂਡ ਆ ਰਹੀ ਸੀ ਕਿ ਕੰਪਿਊਟਰ ਦੇ ਸਾਨੂੰ MCQ ਕਰਵਾਓ, ਅਤੇ ਉਹ MCQ ਬੱਚੇ ਉਹੀ ਹੈ ਜਿਹੜੇ ਪੁਰਾਣੇ ਪੇਪਰਾਂ ਦੇ ਵਿੱਚੋਂ ਕੱਢ ਕੇ ਲਿਆਂਦੇ ਹੋਏ ਆ। ਉਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਕਿਸੇ ਬੱਚੇ ਨੇ ਆਪਣੇ ਬੈਚ ਪਰਚੇਜ ਕਰਨੇ ਤਾਂ ਆਪਣੀ ਐਪ ਆ ਬੱਚੋ, ਕਿਹੜੀ ਦੀਪ ਭੁੱਲਰ ਐਜੂਕੇਸ਼ਨ ਅਰਾ। ਜਿਹੜੇ ਬੱਚਿਆਂ ਕੋਲ ਆਈਫੋਨ ਆ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈਗੀ ਕਲਾਸ ਪਲੱਸ, ਅਤੇ ਉੱਥੇ ਦਾ ਉੱਥੋਂ ORG ਕੋਡ ਮੰਗਿਆ ਜਾਊਗਾ, ਉਹ ਤੁਸੀਂ ਫਿਲ ਕਰਨਾ XX RAM। ਠੀਕ ਹੈ ਜੀ, ਤਾਂ ਤੁਸੀਂ ਆਪਦਾ ਕੋਰਸ ਆਪਣਾ ਲੈ ਸਕਦੇ ਹੋ ਅਤੇ ਪਰਚੇਜ ਕਰਦੇ ਹੋ। ਬਹੁਤ ਘੱਟ ਕੀਮਤਾਂ ਦੇ ਰੇਟ 'ਤੇ ਆਪਣੇ ਕੋਰਸ ਉਪਲਬਧ ਕਰਵਾਏ ਜਾ ਰਹੇ ਆ। ਇਸ ਤੋਂ ਬਾਅਦ ਜੇ ਤੁਹਾਨੂੰ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਤਾਂ 78 148 85 915 'ਤੇ ਕਾਲ ਵੀ ਕਰ ਸਕਦੇ ਹੋ। ਠੀਕ ਹੈ ਜੀ, ਅਤੇ ਆਪਣੇ ਇੰਸਟਾਗ੍ਰਾਮ 'ਤੇ ਵੀ ਜੇ ਕਿਸੇ ਬੱਚੇ ਨੇ ਫੋਲੋ ਕਰਨਾ ਤਾਂ ਕਰ ਸਕਦੇ ਹੋ, ਭੁੱਲਰ 3518 ਆਪਣੀ ID ਹੈ ਇੰਸਟਾਗ੍ਰਾਮ 'ਤੇ ਵੀ। ਚਲੋ ਬੱਚੋ, ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ 17ਵੇਂ ਪ੍ਰਸ਼ਨ ਦੀ। ਕੱਲ੍ਹ ਦਾ ਆਪਾਂ 16 ਪ੍ਰਸ਼ਨ ਕਵਰ ਕਰ ਲਏ ਸੀ, ਇਹਦੇ ਇਸ ਤੋਂ ਪਹਿਲਾਂ ਵੀ ਆਪਣੇ ਸ਼ਾਇਦ 14 ਲੈਕਚਰ ਲੱਗ ਚੁੱਕਿਆ ਜੀ। ਕਿਹਦੀ ਪਲੇਲਿਸਟ ਮੈਂ ਅੱਜ ਰਾਤ ਤੱਕ ਜਾਂ ਕੱਲ੍ਹ ਸੁਬਾਹ ਤੱਕ ਤੁਹਾਡੀ ਪਲੇਲਿਸਟ ਅਪਡੇਟ ਹੋ ਜਾਊਗੀ। ਅਤੇ PDF ਤੁਹਾਨੂੰ ਟੈਲੀਗ੍ਰਾਮ ਦੇ ਵਿੱਚ ਪ੍ਰੋਵਾਈਡ ਕਰਵਾਏ ਜਾ ਰਹੇ ਆ। ਟੈਲੀਗ੍ਰਾਮ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਦਾ ਹੈਗਾ, ਉੱਥੋਂ ਆਪਣੇ ਚੈਨਲ ਨੂੰ ਜੁਆਇਨ ਕਰਕੇ ਉੱਥੋਂ ਵੀ ਕਰ ਸਕਦੇ ਹੋ। ਦੇਖੋ ਬੱਚੇ, ਹੁਣ ਆਪਣੇ ਕੋਲ ਅਗਲਾ ਪ੍ਰਸ਼ਨ ਰਾਜੇ ਆ ਗਿਆ, ਕਹਿੰਦੇ ਲੀ ਕੋਵਿਜ਼ਰ ਦਾ ਆਰਕੀਟੈਕਟ ਆਫ ਚੰਡੀਗੜ੍ਹ ਵਾਜ ਸਿਟੀਜ਼ਨ। ਕਹਿੰਦੇ ਜਿਹੜਾ ਲੀ ਕੋਵਿਜ਼ਰ ਸੀ, ਠੀਕ ਹੈ ਜੀ, ਇਹ ਬੱਚੇ ਨੇ ਕੀ ਕੀਤਾ ਸੀ, ਇਹਨੇ ਜਿਹੜਾ ਆਪਣਾ ਚੰਡੀਗੜ੍ਹ ਹੈਗਾ, ਪੱਟ ਤੇ ਜੱਟਾਂ ਦੇ ਪੁੱਤ ਚੰਡੀਗੜ੍ਹ ਸ਼ਹਿਰ ਨੇ, ਉਹ ਚੰਡੀਗੜ੍ਹ ਜਿਹੜਾ ਉਹਦਾ ਜਿਹੜਾ ਆਰਕੀਟੈਕਟ ਹੈ, ਜਿਵੇਂ ਤੁਸੀਂ ਦੇਖਿਓ, ਤੁਸੀਂ ਚੰਡੀਗੜ੍ਹ ਜਦੋਂ ਅਸੀਂ ਪਹਿਲਾਂ ਜਾਂਦੇ ਹੁੰਦੇ ਸੀ ਨਾ, ਤੁਹਾਡੇ ਮਾਰੇ ਢੀੜੇ ਨੂੰ, ਤਾਂ ਉੱਥੇ ਕੋਈ ਟੈਂਪੂ ਵਾਲੀ ਬੁੱਧੂ ਬਣਾਏ ਜਾਂਦੇ ਸੀ। ਇੱਕੋ ਜਿਹੇ ਚੌਂਕ ਆ ਸਾਰੇ, ਪਤਾ ਹੀ ਲੱਗਦਾ ਸੀ ਕਿ ਕਿਹੜੇ ਚੌਂਕ 'ਤੇ ਲਾ ਗਿਆ, ਕਿਹੜੇ ਚੌਂਕ 'ਤੇ ਅੱਗੇ ਜਾਣਾ ਆਪਾਂ। ਠੀਕ ਹੈ, ਤਾਂ ਜਿਹੜੀ ਉਹ ਸਾਰੀ ਰੂਪ ਰੇਖਾ ਤਿਆਰ ਕੀਤੀ ਹੋਈ ਹੈ ਚੰਡੀਗੜ੍ਹ ਦੀ, ਕਿ ਇੱਥੋਂ ਆਹ ਚੀਜ਼ ਐਂ ਹੋਊਗੀ, ਇੱਥੋਂ ਆਹ ਚੀਜ਼ ਐਂ ਹੋਊਗੀ, ਇਹ ਸਾਰਾ ਕੁਛ ਬੱਚੋ ਇਹਨੇ ਕਰਿਆ ਸੀ ਲੀ ਕੋਰਬੂਜ਼ੀਅਰ ਨੇ। ਠੀਕ ਹੈ ਬੱਚੋ, ਇਹ ਆਰਕੀਟੈਕਟ ਹੈ ਚੰਡੀਗੜ੍ਹ ਦਾ। ਓਕੇ ਜੀ, ਹੁਣ ਇਹ ਪੁੱਛਿਆ ਜਾਂਦਾ ਕਿ ਇਹ ਨਾਗਰਿਕ ਕਿੱਥੋਂ ਦਾ ਸੀ ਬੱਚਿਓ। ਹੁਣ ਬੱਚਿਆਂ ਨੂੰ ਬਹੁਤ ਜ਼ਿਆਦਾ ਆਪਰੇਸ਼ਨ ਦੇ ਵਿੱਚ ਕਨਫਿਊਜ਼ ਹੋ ਜਾਂਦੀ ਹੈ। ਕਨਫਿਊਜ਼ਨ ਕਿੱਥੇ ਹੁੰਦੀ ਹੈ? ਕਨਫਿਊਜ਼ਨ ਇਹ ਤੁਹਾਡੀਆਂ ਦੂਰ ਕਰਨ ਵਾਸਤੇ ਆਪਾਂ ਲੈਕਚਰ ਪ੍ਰੋਵਾਈਡ ਕਰਵਾ ਰਹੇ ਹਾਂ। ਕਨਫਿਊਜ਼ਨ ਕਿੱਥੇ ਹੁੰਦੀ ਹੈ ਬੱਚੇ ਨੂੰ? ਸਭ ਤੋਂ ਪਹਿਲਾਂ ਬੱਚੇ ਨੂੰ ਕਨਫਿਊਜ਼ਨ, ਤੁਹਾਨੂੰ ਇੰਨਾ ਦਾ ਪਤਾ ਕਿ ਉਹ ਕੀ ਸੀ ਬੱਚੇ, ਇੱਕ ਫਰੈਂਚ ਸੀ। ਕੀ ਸੀ? ਇੱਕ ਉਹ ਫਰੈਂਚ ਸੀ। ਅਤੇ ਜਿਹੜੇ ਫਰੈਂਚ ਹੁੰਦੇ ਕਿੱਥੇ ਹੁੰਦੇ, ਕਿੱਥੋਂ ਦੇ ਲੋਕਾਂ ਨੂੰ ਫਰੈਂਚ ਕਿਹਾ ਜਾਂਦਾ? ਫਰਾਂਸ ਦਿਆਂ ਨੂੰ। ਬੱਚਿਓ, ਇਹ ਨਾਗਰਿਕ ਕਿੱਥੋਂ ਦਾ ਸੀ ਰਾਜੇ? ਇਹ ਨਾਗਰਿਕ ਹੈਗਾ ਸੀ ਫਰਾਂਸ ਦਾ। ਵੈਰੀ 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 ਇੰਪੋਰਟੈਂਟ ਆਪਰੇਸ਼ਨ ਹੈ ਇਹ। ਨਾਗਰਿਕ ਕਿੱਥੋਂ ਦਾ ਸੀ? ਫਰਾਂਸ ਦਾ ਨਾਗਰਿਕ ਸੀ। ਠੀਕ ਹੈ, ਹੁਣ ਜੇ ਕੋਈ ਪੁੱਛ ਲੇ ਕਿ ਜਿਹੜਾ ਇਹ ਲੀ ਕੋਵਿਜ਼ਰ ਸੀ, ਇਹਦਾ ਜਨਮ ਕਿੱਥੇ ਹੋਇਆ ਸੀ? ਇਹਦਾ ਜਨਮ ਹੋਇਆ ਸੀ ਬੱਚਿਓ ਸਵਿਟਜ਼ਰਲੈਂਡ ਦੇ ਵਿੱਚ। ਜਨਮ ਇਹਦਾ ਸਵਿਟਜ਼ਰਲੈਂਡ ਦੇ ਵਿੱਚ ਹੋਇਆ ਸੀ, ਬਰਥ ਇੱਥੇ ਹੋਇਆ ਸੀ ਇਹਦਾ, ਪਰ ਬਾਅਦ ਵਿੱਚ ਇਹ ਵਸਨੀਕ ਕਿੱਥੋਂ ਦਾ ਬਣ ਗਿਆ? ਫਰਾਂਸ ਦਾ ਬਣ ਗਿਆ। ਤਾਂ ਆਹ ਆਪਰੇਸ਼ਨ ਦਾ ਬਿਲਕੁਲ ਸਹੀ ਆਨਸਰ ਹੈ ਫਰਾਂਸ ਹੈ। ਜਿਹੜਾ ਜਨਮ ਪੁੱਛ ਰਿਹਾ, ਫਿਰ ਆਪਾਂ ਸਵਿਟਜ਼ਰਲੈਂਡ ਲਾ ਕੇ ਆਉਣਾ। ਠੀਕ ਹੈ ਜੀ, ਕਈ ਵਾਰੀ ਲਿਖ ਦਿੰਦੇ ਕੀ ਸੀ ਉਹ, ਗ੍ਰੀਕ ਸੀ, ਕੀ ਸੀ, ਤਾਂ ਤੁਸੀਂ ਕਈ ਵਾਰੀ ਫਰੈਂਚ ਵੀ ਕਹਿ ਦਿੰਦੇ ਇਹਨੂੰ, ਫਰੈਂਚ। ਠੀਕ ਹੈ ਜੀ, ਅਤੇ ਇਸ ਤੋਂ ਬਾਅਦ ਅਗਲੀ ਗੱਲ ਇਹ ਹੈ ਕਿ ਜਿਹੜਾ ਇਹ ਚੰਡੀਗੜ੍ਹ ਆ ਬੱਚੇ ਨੂੰ ਪੰਜਾਬ ਦੀ ਰਾਜਧਾਨੀ ਕਦੋਂ ਬਣਾਇਆ ਗਿਆ ਸੀ? 1952 ਦੇ ਵਿੱਚ। ਠੀਕ ਹੈ, ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਵੈਰੀ 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 ਇੰਪੋਰਟੈਂਟ ਪ੍ਰਸ਼ਨ ਆ ਬੱਚਿਓ, ਵੈਰੀ ਵੈਰੀ। ਡੂਰਿੰਗ ਦਾ ਮਹਾਭਾਰਤ ਪੀਰੀਅਡ ਪੰਜਾਬ ਵਾਜ ਨੋਨ ਐਸ। ਕਹਿੰਦੇ ਮਹਾਭਾਰਤ ਦੇ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ? ਸਭ ਤੋਂ ਪਹਿਲਾਂ ਦੱਸੋ ਕਿ ਮਹਾਭਾਰਤ ਹੈ ਕੀ? ਮਹਾਭਾਰਤ ਆਪਣਾ ਬੱਚੋ ਮਹਾਕਾਵ ਆ। ਮਹਾਕਾਵ ਕਿਹੜਾ ਆਪਣਾ? ਮਹਾਭਾਰਤ ਅਤੇ ਰਮਾਇਣ, ਇਹ ਆਪਣੇ ਮਹਾਕਾਵ ਹੈ ਦੋ। ਠੀਕ ਹੈ ਜੀ, ਜਿਹੜਾ ਬੱਚੋ ਮਹਾਭਾਰਤ ਹੈ ਇਹ ਲਿਖਿਆ ਸੀ ਆਪਣੇ ਵੇਦ ਵਿਆਸ ਜੀ ਨੇ। ਅਤੇ ਜਿਹੜੀ ਰਮਾਇਣ ਲਿਖੀ ਸੀ ਬੱਚੋ, ਇਹ ਕਿਹਨੇ ਲਿਖੀ ਸੀ? ਰਮਾਇਣ ਲਿਖੀ ਸੀ ਆਪਣੀ ਵਾਲਮੀਕ ਜੀ ਨੇ। ਵਾਲਮੀਕ ਜੀ ਨੇ। ਅਤੇ ਸਭ ਤੋਂ ਵੱਡਾ ਆਪਣਾ ਮਹਾਕਾਵ ਜੇ ਕੋਈ ਪੁੱਛ ਲੇ, ਸਭ ਤੋਂ ਵੱਡਾ ਮਹਾਕਾਵ ਕੀ ਹੈ ਆਪਣਾ? ਮਹਾਭਾਰਤ ਹੈ। ਕੁਰੂਕਸ਼ੇਤਰ ਵਿਖੇ ਲੜਾਈ ਹੋਈ ਸੀ ਮਹਾਭਾਰਤ ਦੇ ਵਿੱਚ। ਕਹਿੰਦੇ ਉਹ ਟਾਈਮਾਂ ਦੇ ਵਿੱਚ ਇੱਥੇ ਤੁਹਾਨੂੰ ਮਹਾਭਾਰਤ ਦੀ ਥਾਂ 'ਤੇ ਮਹਾਕਾਵ ਵੀ ਲਿਖਿਆ ਆ ਸਕਦਾ ਕਿ ਮਹਾਕਾਵ ਦੇ ਵਿੱਚ ਪੰਜਾਬ ਨੂੰ ਕੀ ਨਾਮ ਦਿੱਤਾ ਗਿਆ ਹੈਗਾ। ਅਤੇ ਜਿਵੇਂ ਇੱਥੇ ਪ੍ਰਸ਼ਨ ਦਿੱਤਾ ਹੋਇਆ ਮਹਾਭਾਰਤ ਐਂਡ ਡਾਇਰੈਕਟ ਪੁੱਛ ਹੀ ਸਕਦੇ ਆ। ਠੀਕ ਹੈ ਜੀ, ਤਾਂ ਕੀ ਕਿਹਾ ਜਾਂਦਾ ਸੀ ਬੱਚੋ ਉਸ ਸਮੇਂ ਦੇ ਵਿੱਚ ਪੰਜਾਬ ਨੂੰ? ਟੱਕ ਪ੍ਰਦੇਸ਼ ਨਹੀਂ ਬੱਚੋ, ਟੱਕ ਪ੍ਰਦੇਸ਼ ਨਹੀਂ ਕਿਹਾ ਜਾਂਦਾ ਸੀ। ਇਹ ਤਾਂ ਐਂਸੀਐਂਟ ਟਾਈਮ ਦੇ ਵਿੱਚ ਕਿਹਾ ਜਾਂਦਾ ਸੀ। ਬਹੁਤ ਸਾਰੇ ਪੁਰਾਣੇ ਸਮਿਆਂ ਦੇ ਵਿੱਚ ਇਹ ਚੀਜ਼ ਕਹੀ ਜਾਂਦੀ ਸੀ। ਇਹ ਤੋਂ ਬਾਅਦ NWEP। ਠੀਕ ਹੈ ਜੀ, NWEP ਬਹੁਤ ਬੱਚਿਆਂ ਨੂੰ NWEP ਨਹੀਂ ਪਤਾ ਬੱਚੋ। ਇਹ 1901 ਦੇ ਵਿੱਚ ਕਿਹਾ ਜਾਂਦਾ ਸੀ ਪੰਜਾਬ ਨੂੰ।
ਠੀਕ ਹੈ ਜੀ। ਪੰਜਾਬ ਨੂੰ 1901 ਦੇ ਵਿੱਚ ਕਿਹਾ ਜਾਂਦਾ ਸੀ ਜਦੋਂ ਕਿਹਦਾ ਰਾਜ ਚੱਲ ਰਿਹਾ ਸੀ, ਲਾਰਡ ਕਰਜ਼ਨ ਦਾ ਰਾਜ ਸੀ। ਜਦੋਂ ਇਹ ਲਾਰਡ ਕਰਜ਼ਨ ਉਹੀ ਹੈ ਜਿਹਦੇ ਸਮੇਂ ਬੰਗਾਲ ਦੀ ਵੰਡ ਹੋਈ ਸੀ 1905 ਦੇ ਵਿੱਚ। ਠੀਕ ਹੈ ਜੀ। ਤੇ NWP ਦੀ ਫੁੱਲ ਫਾਰਮ ਕੀ ਹੈ ਬੱਚੇ, ਇਹਦੀ ਫੁੱਲ ਫਾਰਮ ਹੈਗੀ ਹੈ ਨਾਰਥ ਵੈਸਟ, ਇਹਦੀ NWP ਦੀ ਫੁੱਲ ਫਾਰਮ ਦੇਖ ਲਓ, ਨਾਰਥ ਵੈਸਟ ਫਰੰਟ। ਆਪਾਂ ਕਹਿੰਦੇ ਹੁੰਦੇ ਕਿ ਕਮਰਾ ਆਪਾਂ ਫਰੰਟ ਤੇ ਬਣਾਉਣਾ ਹੈ, ਫਰੰਟ ਤੇ ਆਪਾਂ ਆਹ ਚੀਜ਼ ਕਰਨੀ ਆ, ਉਹ ਫਰੰਟ ਹੈ ਇਹ। ਠੀਕ ਹੈ, ਫਰੰਟੀਅਰ ਪ੍ਰੋਵਿੰਸ, ਇਹਦਾ ਮਤਲਬ ਕੀ ਹੈ ਹੁਣ NWP ਦਾ, ਇਹਦਾ ਮਤਲਬ ਇਹ ਹੈ ਕਿ ਜਦੋਂ ਆਹ ਦੇਖੋ ਆਪਣਾ ਭਾਰਤ ਲਾ ਲਓ, ਆਹ ਭਾਰਤ ਆਪਣਾ, ਭਾਰਤ ਦੇ ਵਿੱਚ ਆਹ ਤਾਂ ਹੈਗੀ ਆਪਣੀ ਨਾਰਥ ਦਿਸ਼ਾ, ਆਹ ਹੈਗੀ ਆ ਈਸਟ, ਆਹ ਹੈਗੀ ਆ ਵੈਸਟ, ਆਹ ਆ ਗਿਆ ਸਾਊਥ, ਆਹ ਉੱਤਰੀ ਪੱਖ, ਦੱਖਣੀ, ਪੂਰਬ, ਪੱਛਮ। ਆਪਣਾ ਪੰਜਾਬ ਇੱਥੇ ਸਥਿਤ ਹੈਗਾ, ਇੱਥੇ ਸਥਿਤ ਹੈ। ਅਤੇ ਇੱਧਰ ਆ ਗਿਆ ਆਪਣਾ ਪਾਕਿਸਤਾਨ ਅਤੇ ਅਫਗਾਨਿਸਤਾਨ, ਇਹ ਇੱਧਰ ਆ ਗਏ ਬੱਚੋ। ਇੱਥੇ ਇੱਕ ਦਰਾ ਆਉਂਦਾ, ਕਿਹੜਾ ਦਰਾ ਆਉਂਦਾ, ਖੈਬਰ ਦਰਾ ਆਉਂਦਾ, ਖੈਬਰ ਦਰਾ। ਖੈਬਰ ਦਰੇ ਵਿੱਚ ਦੀ ਜਦੋਂ ਵੀ ਕੋਈ ਹਮਲਾਵਰ ਦਿੱਲੀ ਨੂੰ ਹਮਲਾ ਕਰਨਾ ਹੁੰਦਾ ਸੀ, ਉਹਨੂੰ ਪੰਜਾਬ ਦੇ ਵਿੱਚ ਦੀ ਹੋ ਕੇ ਲੰਘਣਾ ਪੈਂਦਾ ਸੀ। ਕਿ ਪੰਜਾਬ ਕੀ ਸੀ ਇੱਕ ਉਹਨਾਂ ਵਾਸਤੇ, ਪੰਜਾਬ ਇੱਕ ਬੱਚੇ ਉਹਨਾਂ ਵਾਸਤੇ ਕੀ ਸੀ, ਪ੍ਰਵੇਸ਼ ਦੁਆਰ। ਜਦੋਂ ਵੀ ਕਿਸੇ ਨੂੰ ਲੁੱਟਣਾ ਹੁੰਦਾ ਸੀ, ਭਾਰਤ ਦੇ ਵਿੱਚ ਲੁੱਟ ਕਰਨੀ ਹੁੰਦੀ ਸੀ, ਉਹਨੂੰ ਪੰਜਾਬ ਦੇ ਰਸਤੇ ਹੀ ਜਾਣਾ ਪੈਂਦਾ ਸੀ, ਇਹਦੇ ਪੰਜਾਬ ਵਿੱਚ ਦੀ ਕ੍ਰੋਸ ਕਰਕੇ। ਤਾਂ ਇਹਦਾ ਆਪਣੇ ਖੂਨ ਦੇ ਵਿੱਚ ਅਣਖ ਹੈਗੀ, ਆਪਣੇ ਖੂਨ ਦੇ ਵਿੱਚ ਅਣਖ ਤਾਂ ਹੀ ਹੈ ਕਿ ਆਉਂਦੇ ਟਾਈਮ ਵੀ ਆਪਾਂ ਨੂੰ ਲੜਨਾ ਪੈਂਦਾ ਸੀ, ਜਦੋਂ ਉੱਧਰ ਲੁੱਟ ਕੇ ਆਉਂਦੇ ਸੀ ਦਿੱਲੀ ਤੋਂ, ਫਿਰ ਵੀ ਆਪਾਂ ਨੂੰ ਉਹਨਾਂ ਨਾਲ ਲੜਨਾ ਪੈਂਦਾ ਸੀ। ਆਪਣੇ ਕਰਮਾਂ 'ਚ ਤਾਂ ਹੀ ਕੁਛ ਲਿਖਿਆ ਹੋਇਆ ਸੀ ਪੁਰਾਣੇ ਸਮਿਆਂ ਤੋਂ ਹੀ। ਠੀਕ ਹੈ, ਤਾਂ ਕਰਕੇ ਇਹਨੂੰ ਫਰੰਟ 'ਤੇ ਹੋਣ ਕਰਕੇ ਇੱਕ ਦਰਵਾਜ਼ੇ ਦੀ ਤਰ੍ਹਾਂ ਕੰਮ ਕਰਨ ਵਾਸਤੇ, ਕਿਉਂਕਿ ਜਿਨ੍ਹਾਂ ਨੇ ਵੀ ਹਮਲਾ ਕਰਨਾ ਸੀ ਉਹ ਇੱਧਰ ਹੀ ਜਾਂਦੇ ਹੁੰਦੇ ਸੀ, ਉਹਦੇ ਵਾਸਤੇ ਇਹਨੂੰ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਦਾ ਦਰਜਾ ਦਿੱਤਾ ਗਿਆ ਸੀ ਨਾਮ ਦਾ। ਇਹ ਕਿਹਾ ਜਾਂਦਾ ਸੀ ਬੱਚੇ 1901 ਦੇ ਵਿੱਚ ਲਾਰਡ ਕਰਜ਼ਨ ਦੇ ਸਮੇਂ। ਇਸ ਤੋਂ ਬਾਅਦ ਪੈਂਟੋਪਟਾਮੀਆ, ਪੈਂਟੋਪਟਾਮੀਆ ਕਿਦੋਂ ਕਿਹਾ ਜਾਂਦਾ ਸੀ ਬੱਚੋ, ਪੈਂਟੋਪਟਾਮੀਆ ਪੰਜਾਬ ਦਾ ਹੀ ਨਾਮ ਆਗਾ, ਪੈਂਟੋਪਟਾਮੀਆ ਪੰਜਾਬ ਦਾ ਹੀ ਨਾਮ ਆਗਾ। ਕਿਹੜੀ ਭਾਸ਼ਾ 'ਚ ਕਿਹਾ ਜਾਂਦਾ ਇਹ ਨਾਮ, ਇਹ ਭਾਸ਼ਾ ਗ੍ਰੀਕ ਨੇਮ ਦੇ ਵਿੱਚ ਪੰਜਾਬ ਨੂੰ ਪੈਂਟੋਪਟਾਮੀਆ ਕਿਹਾ ਜਾਂਦਾ। ਪੈਂਟੋ ਦਾ ਮਤਲਬ ਹੁੰਦਾ ਪੰਜ, ਪਟਾਮੀਆ ਦਾ ਮਤਲਬ ਹੁੰਦਾ ਪਾਣੀ, ਪੰਜ ਪਾਣੀਆਂ ਦਾ ਪ੍ਰਦੇਸ਼, ਤਾਂ ਕਰਕੇ ਕਿਹਾ ਜਾਂਦਾ। ਠੀਕ ਹੈ, ਅਤੇ ਇਹਨਾਂ ਨੇ ਗੱਲ ਪੁੱਛੀ ਆਪਾਂ ਨੂੰ ਮਹਾਭਾਰਤ ਦੇ ਵਿੱਚ ਕੀ ਕਿਹਾ ਜਾਂਦਾ ਸੀ, ਜਾਂ ਰਮਾਇਣ ਦੇ ਵਿੱਚ ਕੀ ਕਿਹਾ ਜਾਂਦਾ, ਜਾਂ ਮਹਾਕਾਵ ਦੇ ਵਿੱਚ ਕੀ ਕਿਹਾ ਜਾਂਦਾ ਸੀ, ਤਾਂ ਉਦੋਂ ਕਿਹਾ ਜਾਂਦਾ ਸੀ ਬੱਚੋ ਪਚਨੰਦ। ਠੀਕ ਹੈ ਜੀ, ਪਚਨੰਦ ਕਿਹਾ ਜਾਂਦਾ ਸੀ। ਤਾਂ ਡੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈ। ਮੇਜਰ ਜਨਰਲ ਰਜਿੰਦਰ ਸਿੰਘ ਇਜ਼ ਆਲਸੋ ਨੋਨ ਐਜ਼, ਮੇਜਰ ਜਿਹੜਾ ਰਜਿੰਦਰ ਸਿੰਘ ਹੈ ਇਹਨੂੰ ਆਪਾਂ ਕਿਸ ਨੇਮ ਨਾਲ ਜਾਣਦੇ ਹਾਂ ਬੱਚਿਓ, ਤਾਂ ਗੁਸ਼ਾਕ ਮੈਨੇ ਹੁੰਦਾ ਬਾਜ ਨਾਲ, ਕਾਂ ਨਾਲ, ਸਪੈਰੋ ਨਾਲ, ਕਿ ਨਨ ਆਫ ਦਿਸ, ਤਾਂ ਇਹਨੂੰ ਆਪਾਂ ਜਾਣਦੇ ਹਾਂ ਸਪੈਰੋ ਨਾਲ। ਇੱਕ ਆਪਾਂ ਨੂੰ ਸ਼ਾਇਦ 10ਵੀਂ ਦੇ ਵਿੱਚ ਲੈਸਨ ਵੀ ਉਹਨਾਂ ਦੇ ਸਪੈਰੋ ਵਾਲਾ। ਵਿੱਚ ਮੁਗਲ ਕਿੰਗ ਇੰਸਟਰੂਮੈਂਟਲ ਇਨ ਐਕਸੀਕਿਊਸ਼ਨ ਆਫ ਬਾਬਾ ਬੰਦਾ ਸਿੰਘ ਬਹਾਦਰ, ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹੜੇ ਨੇ ਸ਼ਹੀਦ ਕੀਤਾ ਸੀ, ਕਿਹੜੇ ਬੰਦੇ ਨੇ ਸ਼ਹੀਦ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ, ਤਾਂ ਤੁਹਾਨੂੰ ਕਰਵਾ ਕੇ ਗਿਆ ਹੋਇਆ ਬੱਚੋ ਆਪਰੇਸ਼ਨ ਮੈਂ। ਜਿਹੜਾ ਬਾਬਾ ਬੰਦਾ ਸਿੰਘ ਨੂੰ ਸ਼ਹੀਦ ਕੀਤਾ ਸੀ 1716 ਦੇ ਵਿੱਚ, ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸੀ ਕਿਹਦੇ ਦੁਆਰਾ ਬੱਚੋ, ਆਹ ਘਟੀਆ ਬੰਦਾ ਫਰਕਸ਼ੀਅਰ, ਇਹਦੇ ਦੁਆਰਾ ਮਹਾਰਾਜਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਮ ਕੀ ਸੀ, ਲਕਸ਼ਮਣ ਦਾਸ। ਜਦੋਂ ਸੰਸਾਰ ਨੂੰ ਤਿਆਗਤਾ ਸੀ ਫਿਰ ਨਾਮ ਕੀ ਪੈ ਗਿਆ ਸੀ, ਮਾਧੋ ਦਾਸ। ਜਦੋਂ 1708 ਦੇ ਵਿੱਚ ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲ ਕੇ ਸੀ ਉਦੋਂ ਕੀ ਨਾਮ ਪੈ ਗਿਆ ਸੀ, ਬੰਦਾ ਸਿੰਘ ਬਹਾਦਰ। ਠੀਕ ਹੈ, ਇਹ ਗੱਲਾਂ ਨਾਲ ਨਾਲ ਲੈ ਕੇ ਚੱਲਿਆ ਕਰੋ ਸਾਰੀਆਂ। ਠੀਕ ਹੈ, ਸੀ ਨੰਬਰ ਆਪਸ਼ਨ ਆਨਸਰ ਹੈ ਇਹਦਾ। ਇਨ ਵਿੱਚ ਈਅਰ ਜ਼ਕਰੀਆ ਖਾਨ ਬੀ ਕੌਮ ਦਾ ਗਵਰਨਰ ਆਫ ਪੰਜਾਬ, ਜਿਹੜਾ ਬੱਚੋ ਜ਼ਕਰੀਆ ਖਾਨ ਸੀ ਇਹਨੂੰ ਪੰਜਾਬ ਦਾ ਗਵਰਨਰ ਕਿਸ ਸਾਲ ਬਣਾਇਆ ਗਿਆ ਸੀ, ਦੱਸੋ। ਜਿਹੜਾ ਇਹ ਜ਼ਕਰੀਆ ਖਾਨ ਸੀ ਇਹਨੂੰ ਪੰਜਾਬ ਦਾ ਗਵਰਨਰ ਬਣਾਤਾ ਸੀ, ਕਿਹੜੇ ਸਾਲ ਇਹਨੂੰ ਪੰਜਾਬ ਦਾ ਗਵਰਨਰ ਬਣਾਤਾ ਸੀ, ਦੱਸੋ। 1716 ਨਹੀਂ ਬੱਚਿਓ, 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਡੈਥ ਹੋਈ ਹੈ, ਇਹਨੂੰ 1720 ਤੋਂ ਬਾਅਦ ਬਣਾਇਆ ਗਿਆ ਸੀ। ਠੀਕ ਹੈ ਜੀ, 1710 ਵੀ ਨਹੀਂ ਆ ਸਕਦਾ। 1739 ਦੇ ਵਿੱਚ ਕੀ ਹੋਇਆ ਸੀ ਬੱਚਿਓ, 1739 ਦੇ ਵਿੱਚ ਤਾਂ ਕੁਛ ਹੋਇਆ ਨਹੀਂ ਸੀ, ਹਾਂ, ਤਾਂ 1726 ਦੇ ਵਿੱਚ ਜ਼ਕਰੀਆ ਖਾਨ ਸੀ ਜਿਹੜਾ ਪੰਜਾਬ ਦਾ ਗਵਰਨਰ ਬਣਾਤਾ ਸੀ। ਇਹਦੇ ਵਿੱਚ ਈਅਰ ਨਾਦਰ ਸ਼ਾਹ ਅਟੈਕ ਇਨ ਪੰਜਾਬ, ਵੈਰੀ 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 ਇੰਪੋਰਟੈਂਟ। ਕਹਿੰਦੇ ਨਾਦਰ ਸ਼ਾਹ ਸੀ ਜਿਹੜਾ ਇਹਨੇ ਪੰਜਾਬ 'ਤੇ ਅਟੈਕ ਕਿਦੋਂ ਕੀਤਾ ਸੀ, 1740, 1716, 1714, 1738।
जे मैं ਇਹਦਾ ਆਨਸਰ ਲਾ ਕੇ ਆਉਂਦਾ, ਮੇਰਾ ਬੀ ਨੰਬਰ ਆਪਸ਼ਨ ਲਾ ਕੇ ਆਉਂਦਾ, ਤੇ ਬੀ ਨੰਬਰ ਆਪਸ਼ਨ ਇਹਦਾ ਆਨਸਰ ਹੈ। ਠੀਕ ਹੈ ਜੀ, ਬੀ ਨੰਬਰ ਆਪਸ਼ਨ ਇਹਦਾ ਆਨਸਰ ਹੈ। 1738 ਈਸਵੀ ਦੇ ਵਿੱਚ ਨਾਦਰ ਨੇ ਸ਼ਾਹ ਨੇ ਪੰਜਾਬ 'ਤੇ ਹਮਲਾ ਕੀਤਾ ਸੀ। ਆਹ ਆਪਰੇਸ਼ਨ ਤਾਂ ਬੱਚੋ ਜਮੀ ਨਹੀਂ ਭੁੱਲਣਾ, ਜਮੀ ਨਹੀਂ ਭੁੱਲਣਾ ਆਪਰੇਸ਼ਨ ਤਾਂ। ਜਿਹੜਾ ਮੀਰ ਮੰਨੂ ਸੀ, ਇਹਨੂੰ ਕਿਸ ਸਾਲ ਪੰਜਾਬ ਦਾ ਗਵਰਨਰ ਬਣਾਤਾ ਸੀ? ਜ਼ਕਰੀਆ ਖਾਨ ਨੂੰ 1726 ਦੇ ਵਿੱਚ ਬਣਾਤਾ ਸੀ। ਠੀਕ ਹੈ ਜੀ, ਹੁਣ ਇਹ ਪੁੱਛ ਲੱਗਦਾ ਕਿ ਮੀਰ ਮੰਨੂ ਨੂੰ ਕਦੋਂ ਬਣਾਇਆ ਸੀ? ਦੱਸੋ ਮੀਰ ਮੰਨੂ ਨੂੰ ਕਦੋਂ ਬਣਾਇਆ ਸੀ ਬੱਚੋ? ਤਾਂ ਮੀਰ ਮੰਨੂ ਨੂੰ ਬਣਾਇਆ ਸੀ 1748 ਦੇ ਵਿੱਚ। 1748 ਦੇ ਵਿੱਚ ਮੀਰ ਮੰਨੂ ਨੂੰ ਕੀ ਬਣਾਤਾ ਸੀ ਬੱਚੋ? ਇਹਨੂੰ ਬਣਾਤਾ ਸੀ ਆਪਣਾ ਪੰਜਾਬ ਦਾ ਗਵਰਨਰ। ਓਕੇ, ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਦਲ ਖਾਲਸਾ ਕਿਸ ਸਾਲ ਬਣਿਆ ਸੀ? ਦਲ ਖਾਲਸਾ, ਦਲ ਖਾਲਸਾ ਕਦੋਂ ਬਣਿਆ ਸੀ ਬੱਚੋ? 4 ਆਪਸ਼ਨ ਤੁਹਾਡੇ ਸਾਹਮਣੇ। 1748, 1930, 1730, 1740। ਤਾਂ ਦਲ ਖਾਲਸਾ ਬਣਿਆ ਸੀ 1748 ਦੇ ਵਿੱਚ। ਮਹਾਰਾਜਾ ਰਣਜੀਤ ਸਿੰਘ ਜੀ ਨੇ ਲਾਹੌਰ ਨੂੰ ਕਦੋਂ ਜਿੱਤਿਆ ਸੀ? ਦੇਖੋ ਐਲੀਮੀਨੇਟਾ ਕਰ ਦੋ ਆਪਸ਼ਨਾਂ। 1809 ਦੇ ਵਿੱਚ ਕੀ ਹੋਇਆ ਸੀ ਬੱਚਿਓ? 1809 ਦੇ ਵਿੱਚ ਅੰਮ੍ਰਿਤਸਰ ਦੀ ਸੰਧੀ ਹੋਈ ਸੀ। ਕਿਹਦੇ ਨਾਲ ਹੋਈ ਸੀ? ਅੰਗਰੇਜ਼ਾਂ ਨਾਲ। ਅੰਗਰੇਜ਼ਾਂ ਦਾ ਕਿਹੜਾ ਬੰਦਾ ਸੀ? ਲਾਰਡ ਮਿੰਟੋ। ਲਾਰਡ ਮਿੰਟੋ ਕਿਹੜਾ ਸੀ? ਇਹ ਪਹਿਲਾ। ਠੀਕ ਹੈ ਜੀ, ਇਹਦੇ ਨਾਲ ਸੰਧੀ ਹੋਈ ਸੀ 1809 ਦੇ ਵਿੱਚ। ਇੱਕ ਸੰਧੀ ਹੋਈ ਸੀ 1909 ਦੇ ਵਿੱਚ। ਉਹ ਕਿਹੜੀ ਹੋਈ ਸੀ? ਉਹ ਹੋਈ ਸੀ ਮਿੰਟੋ ਮਾਰਲੇ। ਇਹ ਜਿਹੜਾ ਮਿੰਟੋ ਸੀ ਬੱਚੋ, ਇਹ ਮਿੰਟੋ ਦੂਜਾ ਸੀ। ਠੀਕ ਹੈ, ਇਹ ਮਿੰਟੋ ਪਹਿਲਾ ਸੀ, ਇਹਨੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੰਧੀ ਕੀਤੀ ਸੀ। ਇਹ ਮਿੰਟੋ ਦੂਜਾ ਸੀ, ਇਹ ਗੱਲ ਧਿਆਨ ਰੱਖਣੀ ਹੈ। ਇਹ ਆਪਸ਼ਨ ਤਾਂ ਆ ਹੀ ਨਹੀਂ ਸਕਦਾ, ਲਾਹੌਰ ਦੀ ਜਿੱਤ ਦੀ ਗੱਲ ਹੋ ਰਹੀ ਹੈ। 1838 ਜਿਹੜੀ ਆਪਸ਼ਨ ਕਿਉਂ ਨਹੀਂ ਆ ਰਹੀ? ਕਿਉਂਕਿ 1838 ਦੇ ਵਿੱਚ ਤਿੱਕੜੀ ਦੀ ਸੰਧੀ ਹੋਈ ਸੀ। ਤਿੱਕੜੀ ਦੀ ਸੰਧੀ, ਤਿੱਕੜੀ ਸੰਧੀ ਕਿਹਦੇ ਨਾਲ ਹੋਈ ਸੀ? ਤਿੱਕੜੀ ਦੀ ਸੰਧੀ ਦਾ ਕੀ ਮਤਲਬ ਹੈਗਾ ਕਿ 3 ਬੰਦਿਆਂ ਨਾਲ ਸੰਧੀ ਹੋਈ ਸੀ। ਇਹ ਕਿਹੜੇ ਕਿਹੜੇ ਨਾਲ? ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਸ਼ਾਮਲ ਸੀ, ਦੂਜੇ ਪਾਸੇ ਸ਼ਾਹ ਸੌਜਾ ਸ਼ਾਮਲ ਸੀ, ਤੀਜੇ ਦੇ ਵਿੱਚ ਅੰਗਰੇਜ਼ ਸ਼ਾਮਲ ਸੀ। ਠੀਕ ਹੈ ਜੀ, ਤਿੰਨਾਂ ਦੀ ਸੰਧੀ ਹੋਈ ਸੀ। ਅਤੇ ਹੁਣ ਆਪਸ਼ਨ ਰਹਿ ਗਈਆਂ 1802 ਅਤੇ 1799। 1802 ਦੇ ਵਿੱਚ ਤਾਂ ਅੰਮ੍ਰਿਤਸਰ 'ਤੇ ਜਿੱਤ ਪ੍ਰਾਪਤ ਕੀਤੀ ਸੀ, ਜਿਹੜੀ ਕਿ ਇਹਨਾਂ ਦੀ ਸਭ ਤੋਂ ਮਹੱਤਵਪੂਰਨ ਜਿੱਤ ਸੀ। ਅਤੇ 1799 ਦੇ ਵਿੱਚ ਇਹਨੇ ਲਾਹੌਰ 'ਤੇ ਜਿੱਤ ਪ੍ਰਾਪਤ ਕੀਤੀ ਹੋਣੀ ਹੈ ਬੱਚਿਓ। ਤਾਂ ਲਾਹੌਰ ਹੀ ਆਨਸਰ ਹੈ ਬਿਲਕੁਲ ਸਹੀ, 1799 ਦੇ ਵਿੱਚ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਅਨੈਕਸ ਅੰਮ੍ਰਿਤਸਰ ਇਨ। ਮਹਾਰਾਜਾ ਰਣਜੀਤ ਸਿੰਘ ਜੀ ਨੇ ਅੰਮ੍ਰਿਤਸਰ ਕਦੋਂ ਜਿੱਤ ਲਿਆ ਸੀ? ਇੱਕ ਪ੍ਰਸ਼ਨ ਹੋਰ ਪੁੱਛਿਆ ਜਾਂਦਾ ਹੁੰਦਾ ਕਿ ਇਹਨਾਂ ਦੇ ਜੀਵਨ ਦੀ ਸਭ ਤੋਂ ਮਹੱਤਵਪੂਰਨ ਜਿੱਤ ਕਿਹੜੀ ਰਹੀ ਹੈ? ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਸਭ ਤੋਂ ਮਹੱਤਵਪੂਰਨ ਜਿੱਤ ਕਿਹੜੀ ਰਹੀ ਹੈ ਬੱਚਿਓ? ਦੱਸੋ ਕਿਹੜੀ ਰਹੀ ਹੈ ਇਹਨਾਂ ਦੇ ਜੀਵਨ ਦੀ ਸਭ ਤੋਂ ਮਹੱਤਵਪੂਰਨ ਜਿੱਤ? ਤਾਂ ਉਹ ਵੀ ਤੁਹਾਡਾ ਤੁਸੀਂ ਲਿਖਣਾ ਅੰਮ੍ਰਿਤਸਰ ਦੀ ਜਿੱਤ ਇਹਨਾਂ ਦੀ ਸਭ ਤੋਂ ਮਹੱਤਵਪੂਰਨ ਜਿੱਤ ਰਹੀ ਹੈ। ਅਤੇ ਕਦੋਂ ਜਿੱਤਿਆ ਸੀ ਇਹਨਾਂ ਨੇ? 1839 ਦੇ ਵਿੱਚ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੀ ਹੋ ਗਈ ਸੀ। 1809 ਦੇ ਵਿੱਚ ਆਪਣਾ ਅੰਮ੍ਰਿਤਸਰ ਦੀ ਸੰਧੀ ਹੋਈ ਸੀ। 1801 ਨਾਲ ਤਾਂ ਕੋਈ ਸੰਬੰਧ ਹੀ ਨਹੀਂ। ਤਾਂ 1802 ਦੇ ਵਿੱਚ ਆਪਾਂ ਅੰਮ੍ਰਿਤਸਰ ਜਿੱਤ ਲਿਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ। ਕਸ਼ਮੀਰ ਬੀਕੌਮ ਪਾਰਟ ਆਫ ਲਾਹੌਰ ਦਰਬਾਰ ਕਿੰਗਡਮ ਆਫ ਮਹਾਰਾਜਾ ਰਣਜੀਤ ਸਿੰਘ ਇਨ ਦਾ ਈਅਰ। ਕਹਿੰਦੇ ਲਾਹੌਰ ਦਰਬਾਰ ਦੇ ਵਿੱਚ ਕਸ਼ਮੀਰ ਨੂੰ ਕਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਦੇ ਰਾਜ ਦੇ ਵਿੱਚ ਮਿਲਾ ਲਿਆ ਸੀ? ਲਾਹੌਰ 'ਤੇ ਜਿੱਤ ਕਦੋਂ, ਕਸ਼ਮੀਰ 'ਤੇ ਜਿੱਤ ਪ੍ਰਾਪਤ ਕਦੋਂ ਹੋਈ ਸੀ? ਸਿੱਧੀ ਗੱਲ ਪੁੱਛ ਰਹੇ ਨੇ। 1809 ਦੇ ਵਿੱਚ ਤਾਂ ਆਪਾਂ ਮਿੰਟੋ ਮਾਰਲੇ ਦੇ ਵਿੱਚ, ਉਹ ਮਿੰਟੋ ਮਾਰਲੇ ਨਹੀਂ, ਅੰਮ੍ਰਿਤਸਰ ਦੀ ਸੰਧੀ ਦੇ ਵਿੱਚ ਉਹ ਸੀ। 1802 ਦੇ ਵਿੱਚ ਆਪਾਂ ਅੰਮ੍ਰਿਤਸਰ ਜਿੱਤ ਲਿਆ ਸੀ। ਹੁਣ 2 ਆਪਸ਼ਨਾਂ ਰਹਿ ਗਈਆਂ ਆਪਣੇ ਕੋਲ, 1819 ਅਤੇ 1838। 1819 ਦੇ ਵਿੱਚ ਕੀ ਕੀਤਾ ਸੀ? ਦੁਬਾਰੇ ਦੱਸਣਾ, ਮਤਲਬ ਇਹ ਕਿ ਥੋੜ੍ਹੇ ਯਾਦ ਰਹਿ ਜੇ। 1819 ਦੇ ਵਿੱਚ ਕੀ ਕੀਤਾ ਸੀ? ਪਤਾ ਨਹੀਂ। 1838 ਦੇ ਵਿੱਚ ਜ਼ਰੂਰ ਪਤਾ ਆਪਾਂ ਕੀ ਕੀਤਾ ਸੀ। ਕੀ ਕੀਤਾ ਸੀ 1838 ਦੇ ਵਿੱਚ? ਤਿੱਕੜੀ ਦੀ ਸੰਧੀ ਕੀਤੀ ਸੀ। ਹੁਣ ਕਿਹੜੀ ਆਪਸ਼ਨ ਬਚਦੀ ਆ? ਆਹ ਆਪਸ਼ਨ ਬਚਦੀ ਹੈ, ਆਨਸਰ ਲਾਇਓ। ਤੁਹਾਡਾ ਆਨਸਰ ਸਹੀ ਹੋ ਸਕਦਾ ਅਤੇ ਸਹੀ ਹੈਗਾ ਵੀ ਹੈ। ਠੀਕ ਹੈ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਆਪਣੇ ਕੋਲੇ। ਕਹਿੰਦੇ ਦਾ ਰੈਜੀਮੀ ਆਫ ਦਾ ਮਹਾਰਾਜਾ ਰਣਜੀਤ ਸਿੰਘ ਵਾਜ ਆਲਸੋ ਨੋਨ ਐਸ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਨੂੰ ਕੀ ਕਿਹਾ ਜਾਂਦਾ ਸੀ? ਉਹਨੇ ਰਾਜ ਨੂੰ ਕੀ ਕਿਹਾ ਜਾਂਦਾ ਸੀ? ਉਸ ਸਮੇਂ ਪੰਜਾਬ ਨੂੰ ਤਾਂ ਕਿਹਾ ਜਾਂਦਾ ਸੀ ਸੂਬਾ ਏ ਲਾਹੌਰ। ਇਹ ਕਹਿੰਦੇ ਉਹਨੇ ਰਾਜ ਨੂੰ ਕੀ ਕਿਹਾ ਜਾਂਦਾ ਸੀ? ਪ੍ਰਸ਼ਨ ਧਿਆਨ ਨਾਲ ਪੜ੍ਹਨਾ ਹੈ। ਲਾਹੌਰ ਦਰਬਾਰ, ਸੂਬਾ ਏ ਲਾਹੌਰ, ਬੋਥ ਕਿ ਨਨ ਆਫ ਦੀਜ਼। ਤਾਂ ਇਹਦਾ ਆਨਸਰ ਆਊਗਾ ਆਪਣਾ ਏ ਨੰਬਰ ਆਪਸ਼ਨ। ਲਾਹੌਰ ਦਰਬਾਰ ਕਿਹਾ ਜਾਂਦਾ ਸੀ, ਪੰਜਾਬ ਨੂੰ ਕਿਹਾ ਜਾਂਦਾ ਸੀ ਸੂਬਾ ਏ ਲਾਹੌਰ। ਠੀਕ ਹੈ ਜੀ, ਆਹ ਪ੍ਰਸ਼ਨ ਤਾਂ ਤੁਸੀਂ ਭੁੱਲ ਕੇ ਵੀ ਨਹੀਂ ਛੱਡਦੇ ਮੈਨੂੰ ਲੱਗਦਾ। ਹੁਣ ਤਾਂ ਹੀ ਛੱਡਦੇ ਪ੍ਰਸ਼ਨ ਇਹ, ਕਿਉਂਕਿ ਚੰਗੀ ਤਰ੍ਹਾਂ ਤੁਹਾਡੇ ਦਿਮਾਗ 'ਚ ਬਿਠਾਤਾ ਇਹ ਪ੍ਰਸ਼ਨ ਆਪਾਂ।
दसो आ रहा भी दस दिया करो कोई आंसर की कह रहे हैं पढ़ियो मानसो। कहने अंबरसर की संधि किहड़े साल हुई सी 1802 ਦੇ ਵਿੱਚ ਕੀ ਹੋਇਆ ਸੀ ਅੰਬਰਸਰ ਜਿੱਤ ਲਿਆ ਸੀ। 1780 ਦੇ ਵਿੱਚ ਕੀ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ। 1739 ਦੇ ਵਿੱਚ ਕੀ ਹੋਇਆ ਸੀ ਤਿੱਕੜੀ ਦੀ ਸੰਧੀ ਹੋਈ ਸੀ। 1809 ਦੇ ਵਿੱਚ ਕੀ ਹੋਇਆ ਸੀ ਆਪਾਂ ਅੰਬਰਸਰ ਦੀ ਸੰਧੀ ਕੀਤੀ ਸੀ। ਕਿਹਦੇ ਨਾਲ ਕੀਤੀ ਸੀ ਲਾਰਡ ਮਿੰਟੋ ਦੇ ਨਾਲ ਕੀਤੀ ਸੀ। 1819 ਦੇ ਵਿੱਚ ਕੀ ਕੀਤਾ ਸੀ ਕਸ਼ਮੀਰ ਜਿੱਤ ਲਿਆ ਸੀ। ਲਓ ਆਹ ਚੀਜ਼ਾਂ ਸਾਰੀਆਂ बस थोड़ा जिहा दिमाग ला लो बाला भी नहीं लाउण नूं कहंदा तुहानूं थोड़ा जिहा। महाराजा रणजीत वाच कराउन आउण कराउन की हुंदा कराउन हुंदा ताज। महाराजा रणजीत सिंह दे सिर ते ताज किदों सजाया गया सी किहड़ी तरीक तों सजाया गया सी अप्रैल 13 1802 एडी अप्रैल 12 1801 एडी। एडी की फुल फार्म की होंदी पता किसी नूं एमिनो डोमिनी ठीक है जी एमिनो डोमिनी ਜਾਂ ਬੋਥ ਕਿ ਨਨ ਆਫ ਦੀ ਬੋਥ ਤਾਂ ਆਨਸਰ ਆ ਹੀ ਨਹੀਂ ਸਕਦਾ ਕੀ ਆਊਗਾ ਇਹਦਾ ਬੱਚੋ 12 ਅਪ੍ਰੈਲ 1801 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਤੇ ਤਾਜ ਸਜਾਇਆ ਗਿਆ ਸੀ। ਇਹ ਗੱਲ ਯਾਦ ਰੱਖਣੀ ਹੈ। ਤਾਜ ਸਜਾਉਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਮੂਹਰੇ ਕੀ ਲੱਗ ਗਿਆ ਸੀ ਕੀ ਲੱਗ ਗਿਆ ਸੀ ਉਹਨਾਂ ਦੇ ਨਾਮ ਮੂਹਰੇ ਮਹਾਰਾਜਾ ਮਹਾਰਾਜਾ ਲੱਗ ਗਿਆ ਸੀ। ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਤਿਹਾਸ ਹੈ ਮਹਾਰਾਜਾ ਰਣਜੀਤ ਸਿੰਘ ਦਾ ਆਪਣੇ ਇਤਿਹਾਸ ਦੇ ਵਿੱਚ। इस तो बाद अगला प्रश्न महाराजा रणजीत सिंह जी बिलोंग टू विच मिसल। महाराजा रणजीत सिंह जी किस मिसल नूं बिलोंग करते सी हुण तक आपां किन्नियां मिसलां पढ़ चुके हैं हुण तक आपां पढ़ चुके हैं 12 मिसलां बच्चों टोटल अपने इतिहास दे विच किन्नियां मिसल हैगियां 12 मिसल हैगियां ठीक है जी। एक मिसल आ गया अपने कोले शहीद मिसल। शहीद मिसल का मुखी तो बाबा दीप सिंह जी सी। इन्हें पूछा महाराजा रणजीत सिंह ये ऑप्शन कट्टी गई ठीक है जी ये ऑप्शन अपनी गई कट्टी। हुण तुसीं दसो इदों बाद किहड़ी आऊगी आलू वाली मिसल का कौन सी बच्चों आलू वाली मिसल का कौन सी इहदा हैगा सी जस्सा सिंह आलू वालिया जस्सा सिंह आलू वालिया ये ऑप्शन भी कट्टी गई। पुछ आप तो महाराजा रणजीत सिंह जी वाले रहे है। इस तो बाद नवाब कपूर कपूर मिसल उपर हैगी सी सच इहदे विच इहने किहड़ी सिंगापुरिया सिंगापुरिया मिसल जां फैजलपुरिया मिसल। सिंगापुरिया मिसल जां फैजलपुरिया मिसल ये दोवें ही एक मिसल के नाम हैगे। जिवें तुहाडा घरे होर नाम हुंदा है सर्टिफिकेटां दे विच होर नाम हुंदा है उवें जिवें जिहड़ी फैजलपुरिया मिसल है इस नूं ही सिंगापुरिया मिसल कह दिंदे है ते सिंगापुरिया मिसल नूं ही फैजलपुरिया मिसल कह दिंदे है। ओके जी तो यदा फाउंडर कौन सी कपूर सिंह यदा भी आपको पता है। हुण एक मिसल रहेगी भाई साहब नन ऑफ दीज दी ऑप्शन है नहीं तो ही लाओ भाई कि महाराजा रणजीत सिंह शुकर चक्किया मिसल के नाल संबंधित सी ठीक है। शुकर चक्किया मिसल के नाल ये मिसल हैगी ध्यान नाल गल सुन लो तां प्रश्न दे विच मिसल लिखिया होया जे इत्थे लिखदा ते किहड़े सिख कबीले नाल संबंधित है महाराजा रणजीत सिंह जी फिर प्रश्न नाल दे नाल बदल जाना सी इत्थे फिर प्रश्न की आ जाना सी संधावालिया फिर इत्थे संधावालिया आ जाना सी ठीक है। ध्यान नाल देखनी है हरेक चीज़ काली नहीं करनी किसी भी चीज़ दे विच प्रश्न नूं ध्यान नाल पढ़ना एक प्रश्न नूं घट्टो घट्ट 2 बारी पढ़ो फिर अगे वधना गा। ओके हुण चलदे आपां अगे। महाराजा रणजीत सिंह जी के पिता का की नाम सी महाराजा रणजीत सिंह के पिता का की नाम सी महाराज पिता का नाम हैगा सी दारा सिंह। नो बच्चों दारा सिंह का मैं ना ही नहीं सुनिया महान सिंह भी नहीं सुनिया तो महाराजा रणजीत सिंह के पिता का नाम सी बच्चों अपना सरदार महा सिंह ठीक है जी सरदार महा सिंह सी इन्हां दे पिता का नाम। हुण आपां गल कर जा रहे हैं इस तो बाद अपने लास्ट प्रश्न की ठीक है जी। इस तरह ही अपने 15-16 प्रश्न आप डेली कवर करते जावांगे नाले तुहाडे दिमाग दे विच ये चीज़ां पै जांदियां थोड़े थोड़े करके डिटेल दे विच प्रश्न कर रहे हैं एक प्रश्न के नाल 3 तो 4 प्रश्न घट्टो घट्ट कवर हो रहे हैं ठीक है जी। हुण चलदे आपां अगले प्रश्न ते लास्ट प्रश्न अपना कहते महाराजा रणजीत सिंह बिलोंग टू सिख क्लेन की कहना चाहना मैं इत्थे कि महाराजा रणजीत सिंह किस सिख कबीले नाल संबंधित सी। इत्थे ध्यान देना गा कई बारी मिसल
ਦੀ ਥਾਂ ਤੇ ਸਿੱਖ ਕਲੀਨ ਪਾ ਦਿੰਦੇ ਆ ਤਾਂ ਉੱਥੇ ਹੀ ਪ੍ਰਸ਼ਨ ਦਾ ਉੱਤਰ ਬਦਲ ਜਾਣਾ ਹੈ, ਉੱਥੇ ਹੀ ਪ੍ਰਸ਼ਨ ਦਾ ਉੱਤਰ ਬਦਲ ਜਾਣਾ ਹੈ। ਠੀਕ ਹੈ। ਤੇ ਮਹਾਰਾਜਾ ਅਜੀਤ ਸਿੰਘ ਕਿਸ ਕਬੀਲੇ ਨਾਲ ਸੰਬੰਧਿਤ ਸਨ? ਸੰਧਾਵਾਲੀਆ, ਵੈਰੀ ਵੈਰੀ ਇੰਪੋਰਟੈਂਟ, ਸੰਧਾਵਾਲੀਆ ਮਿਸਲ ਦੇ ਨਾਲ ਸੰਬੰਧਿਤ ਸਨ। ਕਪੂਰ ਵਾਲੀਆ ਤਾਂ ਕੋਈ ਨਾਂ ਦੀ ਚੀਜ਼ ਹੀ ਨਹੀਂ ਹੈਗੀ। ਸਿੰਘ ਸਭਾ ਵੀ, ਸਿੰਘ ਸਭਾ ਦਾ 1800 ਅੱਗੇ ਜਾ ਕੇ ਆਈ ਸੀ, 1873-73 ਦੀ ਗੱਲ ਆ। ਉਹ ਤਾਂ ਸਿੰਘ ਸਭਾ ਤਾਂ ਅੱਗੇ ਮੂਵਮੈਂਟ ਤੁਹਾਨੂੰ ਥਿਊਰੀ ਦੇ ਵਿੱਚ ਸਾਰੀਆਂ ਕਵਰ ਕਰਵਾਈਆਂ ਹੋਈਆਂ ਬੱਚਿਆਂ ਨੂੰ। ਪੰਜਾਬ ਜੀ ਕੇ ਦੇ ਲੈਕਚਰਾਂ ਦੇ ਵਿੱਚ ਚੰਗੀ ਤਰ੍ਹਾਂ ਸਾਰੀਆਂ ਥਿਊਰੀਆਂ ਕਵਰ ਕਰਵਾਈਆਂ ਨੇ, ਕੋਈ ਵੀ ਥਿਊਰੀ ਦੇ ਵਿੱਚ ਸਕਿਪ ਨਹੀਂ ਹੈਗੀ ਆਪਣੀ। ਠੀਕ ਹੈ ਜੀ, ਸਾਰੇ ਬੱਚਿਆਂ ਨੇ ਉਹ ਧਿਆਨ ਨਾਲ ਲਾ ਲੈਣੀਆਂ ਸਾਰੀਆਂ ਥਿਊਰੀਆਂ। ਠੀਕ ਹੈ ਜੀ। ਅਤੇ ਜੇ ਕਿਸੇ ਬੱਚੇ ਨੂੰ ਕੋਈ ਪ੍ਰਸ਼ਨ ਪ੍ਰਤੀ ਪ੍ਰੋਬਲਮ ਆਉਂਦੀ ਹੈ ਪੁੱਛ ਸਕਦੇ ਹੋ। ਜੇ ਐਪ ਪ੍ਰਤੀ ਕੋਈ ਪ੍ਰੋਬਲਮ ਆ ਰਹੀ ਹੈ, ਕੋਈ ਚੀਜ਼ ਨਹੀਂ ਸਮਝ ਰਹੀ, ਉਹ ਵੀ ਪੁੱਛ ਲਓ। ਬਾਕੀ ਗੱਲ ਹੋਰ ਕਹਿਣਾ ਚਾਹੁੰਦਾ, ਜਿਹੜੇ ਬੱਚੇ ਐਪ 'ਤੇ ਜੁੜੇ ਹੋਏ ਆ ਉਹਨੂੰ ਬੇਨਤੀ ਹੈ ਕਿ ਜਿਹੜੇ ਤੁਹਾਡੇ ਗਰੁੱਪ ਬਣੇ ਹੋਏ ਨਾ ਬੱਚੇ, ਉਹ ਗਰੁੱਪ ਨਾ ਤੁਹਾਡੇ ਆਪਸ ਦੇ ਵਿੱਚ ਡਿਸਕਸ਼ਨ ਕਰਨ ਵਾਸਤੇ ਬਣਾਏ ਹੋਏ ਆ। ਉਹ ਮੈਂ ਕੋਈ ਲੜਨ ਝਗੜਨ ਵਾਸਤੇ ਨਹੀਂ ਬਣਾਏ ਹੋਏ। ਤੁਸੀਂ ਆਪਸ ਦੇ ਵਿੱਚ ਲੜੀ ਜਾਂਦੇ ਹੋ, ਕੰਮ ਗਲਤ ਹੈ ਤੁਹਾਡਾ। ਠੀਕ ਹੈ। ਜਿਹੜੇ ਬੱਚੇ ਪੜ੍ਹਨ ਵਾਲੇ ਡਿਸਟਰਬ ਹੁੰਦੇ ਆ, ਉਹ ਕਹਿੰਦੇ ਸਰ ਫਿਰ ਉਹਨੂੰ ਨੋਟੀਫਿਕੇਸ਼ਨ ਬੰਦ ਕਰਨਾ ਪੈਂਦਾ, ਅਤੇ ਫਿਰ ਉਹਨੂੰ ਆਪਣੀ ਵੀਡੀਓ ਦਾ ਨਹੀਂ ਪਤਾ ਲੱਗਦਾ ਨੋਟੀਫਿਕੇਸ਼ਨ ਦਾ। ਤਾਂ ਇਹੋ ਜਿਹੇ ਕੰਮ ਪਲੀਜ਼ ਨਾ ਕਰਿਆ ਕਰੋ। ਆਪਣੀ ਪੜ੍ਹਾਈ ਤੱਕ ਧਿਆਨ ਰੱਖੋ। ਲੜਾਈ ਝਗੜਿਆਂ ਦੇ ਵਿੱਚ ਕੁਛ ਨਹੀਂ ਰੱਖਿਆ ਹੈਗਾ। ਠੀਕ ਹੈ। ਅਤੇ ਲੈਕਚਰ ਲਾਓ ਚੰਗੀ ਤਰ੍ਹਾਂ। ਜੇ ਕੋਈ ਚੀਜ਼ ਨਹੀਂ ਸਮਝ ਆਉਂਦੀ ਤਾਂ ਪੁੱਛੋ, 10 ਵਾਰੀ ਪੁੱਛੋ, 20 ਵਾਰੀ ਪੁੱਛੋ, ਤੁਹਾਡੇ ਹਰੇਕ ਚੀਜ਼ ਦਾ ਜਵਾਬ ਤੁਹਾਨੂੰ ਦਿੱਤਾ ਜਾਂਦਾ। ਠੀਕ ਹੈ। ਬਾਕੀ ਐਪ 'ਤੇ ਆਪਣੇ ਲਗਾਤਾਰ ਲੈਕਚਰ ਲੱਗ ਰਹੇ ਆ, ਅਤੇ YouTube 'ਤੇ ਵੀ ਤੁਸੀਂ ਬਣੇ ਰਹੋ ਬੱਚਿਓ। ਅਤੇ ਇਹ 'ਤੇ ਆਪਾਂ 500 MCQ ਦੀ ਸੀਰੀਜ਼ ਵੀ ਲਾਂਚ ਕਰ ਰਹੇ ਹਾਂ, ਬਿਲਕੁਲ ਫ੍ਰੀ। ਕੰਪਿਊਟਰ ਦੀ ਜਿਹੜੇ ਕਿ ਪੁਰਾਣੇ PDBS ਈਅਰ ਪ੍ਰਸ਼ਨ ਆਏ ਹੋਏ ਆ, ਪੂਰੀ ਡਿਟੇਲ 'ਤੇ ਆਪਾਂ ਕਵਰ ਕਰਾਂਗੇ। ਓਕੇ ਜੀ, ਧੰਨਵਾਦ।